ਅੱਜ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਇਸ ਅਸਥਾਨ ਤੇ ਪ੍ਰਕਾਸ਼ਮਾਨ ਹੋ ਕਰ ਜੋ ਸ਼ਬਦ ਸਾਨੂੰ ਹੁਕਮ ਰੂਪ ਬਖਸ਼ਿਸ਼ ਕੀਤੇ ਨੇ, ਇਹ ਵਡਹੰਸ ਰਾਗ ਦੀ ਵਾਰ ਹੈ। ਉਸ ਵਾਰ ਦੀ ਪੰਜਵੀਂ ਪੌੜੀ, ਜਿਸ ਨਾਲ 2 ਸ਼ਲੋਕ ਦਰਜ ਨੇ, ਇਹ ਸਤਿਗੁਰੂ ਨੇ ਸਾਨੂੰ ਹੁਕਮ ਰੂਪ ਬਖਸ਼ਿਸ਼ ਕੀਤੇ ਨੇ। ਮੈਂ ਸਿਰਫ ਇੱਕ ਸ਼ਲੋਕ ਦਾ ਪਾਠ ਕੀਤਾ ਹੈ। ਇਹ ਸ਼ਲੋਕ ਪੌੜੀ ਲੰਬੇਰੇ ਨੇ। ਯਤਨ ਕਰਾਂਗੇ ਆਪਾਂ ਇਸ ਦੇ ਅੱਖਰੀ ਅਰਥ ਹੀ ਕਰ ਸਕਾਂਗੇ। ਆਪ ਜਿਨੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਸੁਭਾਏਮਾਨ ਹੋ, ਸਤਿਗੁਰੂ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਿਆਨ ਟਿਕਾਓ, ਅਦਬ ਸਹਿਸ ਆਸੀਸ ਬਖਸ਼ੋ और उच्चारण करो जी सतनाम श्री वाहे गुरु जी। करो बख्शिश, फिर उच्चारण करो जी सतनाम श्री वाहे गुरु जी। सतगुरु गुरु ग्रंथ साहिब जी दी अमृत गुरबाणी सारी ही छंदाबंदी विच है। पिछले दिने अर्ज की 31 तां हजूर दे तत्करे दे राग ने ते कुछ नाल उप राग भी आपां कह सकने हां। उत्थे सतगुरां ने गुरु ग्रंथ साहिब दी बाणी विच वारां दे रूप विच भी अमृत बचन उचारण कीते ने, क्योंकि जिहड़े पंजाबी कविता नूं जां पंजाबी पोइट्री नूं समझदे आ, उन्हां नूं इह समझ है कि जिहड़ी वार है ਇਹਦਾ ਸੰਬੰਧ ਅਕਸਰ ਬਹਾਦਰੀ ਦੇ ਕਾਰਨਾਮੇ ਕਰਨ ਵਾਲੇ ਸੂਰਮਿਆਂ ਦੀਆਂ ਗਾਥਾਵਾਂ ਨਾਲ, ਇਤਿਹਾਸ ਨਾਲ ਸੰਬੰਧ ਹੁੰਦਾ ਹੈ। ਵਾਰ ਜੋ ਹੁੰਦੀ ਹੈ, ਇਸ ਦੀ ਬੰਤਰ ਪੌੜੀਆਂ ਹੁੰਦੀ ਹੈ। ਇਸੇ ਕਰਕੇ ਅਸੀਂ ਜਦੋਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਕਹਿੰਦੇ ਆ, ਉਹ ਸਾਰੀਆਂ ਪੌੜੀਆਂ ਨੇ, ਉਸ ਵਿੱਚ ਕੋਈ ਸ਼ਲੋਕ ਨਹੀਂ, ਕਿਉਂਕਿ ਵਾਰ ਦੀ ਬੰਤਰ ਹੀ ਪੌੜੀ ਰੂਪ ਹੈ। ਸਤਿਗੁਰਾਂ ਨੇ ਉਸ ਵਾਰ ਜਿਹੜੀ ਹੈ, ਉਸ ਰਾਹੀਂ ਵੀ ਰੱਬੀ ਬਾਣੀ ਉਚਾਰਨ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ। 22 ਵਾਰਾਂ ਵਿੱਚੋਂ 9 ਵਾਰਾਂ ਦੇ ਨਾਲ ਸਤਿਗੁਰਾਂ ਨੇ ਧੁਨੀਆਂ ਵੀ ਦਰਜ ਕੀਤੀਆਂ ਨੇ। ਹਾਲਾਂਕਿ ਵਡਹੰਸ ਕੀ ਵਾਰ ਹੈ ਇਹ, ਇਸ ਦੀ ਵੀ ਧੁਨੀ ਹੈ ਲੱਲਾ ਬਹਿਲੀਮਾ ਕੀ ਧੁਨੀ ਹੈ। ਜਿਵੇਂ ਆਪ ਆਸਾ ਕੀ ਵਾਰ ਨਾਲ ਸੁਣਦੇ ਹੋ, ਟੁੰਡੇ ਅਸ ਰਾਜੇ ਕੀ ਧੁਨੀ। ਮੈਂ ਕੀ ਸ਼ਬਦ ਤਾਂ ਵਰਤਣਾ ਵਾਂ, ਭਾਵਾਂ ਗੁਟਕਿਆਂ ਵਿੱਚ ਲਿਖਿਆ ਆਸਾ ਦੀ ਵਾਰ, ਕੋਈ ਆਪਾਂ ਨੂੰ ਇਤਰਾਜ਼ ਨਹੀਂ, ਪਰ ਆਪ ਜੀ 22 ਵਾਰਾਂ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਪਾਠ ਕਰੋਗੇ, ਉੱਥੇ ਕੀ ਸ਼ਬਦ ਆਉਂਦਾ, ਦੀ ਕਿਤੇ ਨਹੀਂ ਆਇਆ। ਬਸੰਤ ਕੀ ਵਾਰ ਮਹੱਲ ਪੰਜਵਾਂ, ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂ ਮਾਖੀ, ਗੌੜੀ ਕੀ ਵਾਰ। ਇਸ ਕਰਕੇ ਮੈਂ ਅਰਜ਼ ਕੀਤੀ, ਇਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਵਾਰਾਂ ਨੇ, ਇਹ 22 ਨੇ, 9 ਧੁਨੀਆਂ ਨੇ, 21 ਵਾਰਾਂ ਗੁਰੂ ਜੋਤ ਨੇ ਉਚਾਰਨ ਕੀਤੀਆਂ ਨੇ, ਇੱਕ ਵਾਰ ਸਤਿਗੁਰਾਂ ਦੇ ਕੀਰਤਨੀਆਂ ਰਬਾਬੀਆਂ ਨੇ ਉਚਾਰਨ ਕੀਤੀਆਂ ਨੇ, ਜਿਹਨੂੰ ਸਾਡੇ ਪੁਰਾਤਨ ਵਿਦਵਾਨ ਟਿੱਕੇ ਦੀ ਵਾਰ ਕਹਿੰਦੇ ਸਨ।
ਅਸਲ 'ਚ ਇਹ ਹੈ ਰਾਮਕਲੀ ਕੀ ਵਾਰ ਹੀ। ਤੇ ਟਿੱਕੇ ਦੀ ਵਾਰ ਤਾਂ ਕਿਹਾ ਜਾਂਦਾ ਸੀ ਕਿਉਂਕਿ ਇਸ ਵਾਰ ਦੀਆਂ ਸਾਰੀਆਂ ਪੌੜੀਆਂ ਵਿੱਚ ਸੱਚ ਇਹ ਵੇ ਕਿ ਗੁਰਤਾ ਗੱਦੀ ਦਾ ਜੋ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਪ੍ਰਵੇਸ਼ ਕਰਨਾ, ਟਿੱਕਾ ਦਿੱਤਾ ਜਾਣਾ, ਇਸ ਲਈ ਇਹ ਵੀ ਸ਼ਬਦ ਕਹਿੰਦੇ ਸਨ। ਪਰ ਮੈਂ ਖੈਰ ਇਸ ਸੰਬੰਧੀ ਜ਼ਿਆਦਾ ਨਹੀਂ। ਉਂਝ ਇਹ ਜਿਹੜੀਆਂ 22 ਦੀਆਂ 22 ਵਾਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਲਿਖਿਆ ਹੈ, ਜਿਹੜੇ ਗੁਰੂ ਕੇ ਪਹਿਲੇ ਢਾਡੀ ਸਨ। ਉਂਝ ਵੈਸੇ ਢਾਡੀ ਲਫ਼ਜ਼ ਮੈਂ ਅਰਜ਼ ਕਰਾਂ, ਇਹ ਭਾਵੇਂ ਅੱਜ ਢੱਡ ਤੇ ਸਰੰਗੀ ਨਾਲ ਜੋ ਗਾਉਂਦਾ ਸੀ ਕਹਿੰਦੇ ਢਾਡੀ ਹੈ, ਵੈਸੇ ਢਾਡੀ ਦਾ ਲਫ਼ਜ਼ੀ ਅਰਥ ਹੈ ਸਿਫਤ ਕਰਨ ਵਾਲਾ। ਜਿਵੇਂ ਸਤਿਗੁਰਾਂ ਨੇ ਕਿਹਾ, ਖਾਉ ਢਾਡੀ ਵੇਕਾਰ ਕਾਰੈ ਲਾਇਆ, ਢਾਡੀ ਸ਼ਬਦ ਹੈ। ਇਹ 22 ਦੀਆਂ 22 ਵਾਰਾਂ ਭਾਈ ਨੱਥਮਲ ਜੀ, ਭਾਈ ਅਬਦੁੱਲਾ ਜੀ, ਇਹ ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਸਨ ਜੀ, ਦੋਨੋਂ ਢਾਡੀ ਵੀਰ। ਇਹਨਾਂ ਨੇ 22 ਦੀਆਂ 22 ਵਾਰਾਂ 9 ਧੁਨੀਆਂ ਗੁਰੂ ਹਰਗੋਬਿੰਦ ਸਾਹਿਬ ਨੂੰ, ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਹੈ, ਇਹਦੇ ਸਾਹਮਣੇ 2 ਮਹੀਨਿਆਂ ਵਿੱਚ ਇਹਨਾਂ ਨੇ 22 ਦੀਆਂ 22 ਵਾਰਾਂ ਢੱਡ ਤੇ ਸਰੰਗੀ ਤੇ ਹਜ਼ੂਰ ਨੂੰ ਗਾ ਕੇ ਸੁਣਾਈਆਂ ਸਨ। ਮਹਾਰਾਜ ਜੀ ਨੇ ਨੂੰ ਹਾਥੀ ਦਿੱਤਾ ਇਨਾਮ ਵਿੱਚ, ਪਰ ਇਹਨਾਂ ਬੇਨਤੀ ਕੀਤੀ, ਨਹੀਂ ਮਹਾਰਾਜ ਅਸੀਂ ਤੇਰੇ ਢਾਡੀ ਹੋਈ ਖਾਂ। ਢਾਡੀ ਦਾ ਵਾਰ ਦਾ ਸੰਬੰਧ ਸੂਰਮਿਆਂ ਨਾਲ ਹੈ। ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਜਿਨ੍ਹਾਂ ਵਾਰਾਂ ਵਿੱਚ ਬਹਾਦਰੀ ਦੇ ਕਾਰਨਾਮੇ ਦਿੱਤੇ, ਇੱਥੇ ਸਤਿਗੁਰੂ ਨੇ ਅੰਦਰ ਦਾ ਯੁੱਧ ਜਿੱਤਣ ਵਾਸਤੇ ਸਾਨੂੰ ਇਹ ਵਾਰਾਂ ਦੇ ਦਿੱਤੀਆਂ। ਬਾਹਰ ਦੇ ਗਾਇਨ ਤਾਂ ਬਹੁਤ ਹੁੰਦਾ ਹੈ, ਪਰ ਇਹ ਵਿਲੱਖਣਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਦਰ ਦਾ ਯੁੱਧ ਜਿੱਤਣ ਵਾਸਤੇ ਵਾਰਾਂ ਦਰਜ ਕੀਤੀਆਂ ਗਈਆਂ। ਮਨ ਨੂੰ ਕਿਵੇਂ ਜਿੱਤਣਾ ਹੈ। ਅੱਜ ਜੋ ਤੁਸੀਂ ਪਾਠ ਸਰਵਣ ਕੀਤਾ, ਜੋ ਹੁਕਮ ਆਇਆ, ਇਹ ਵਡਹੰਸ ਕੀ ਵਾਰ ਦੀ 5ਵੀਂ ਪੌੜੀ ਹੈ। ਇਸ ਨਾਲ 2 ਸ਼ਲੋਕ ਨੇ। ਸ਼ਲੋਕ ਦੋਨੋਂ ਗੁਰੂ ਅਮਰਦਾਸ ਜੀ ਦੇ ਨੇ ਤੇ ਪੌੜੀ ਗੁਰੂ ਰਾਮਦਾਸ ਜੀ ਦੀ ਹੈ। ਮੈਂ ਫਿਰ ਬੇਨਤੀ ਕਰਾਂਗਾ, ਜਦੋਂ ਵੀ ਆਪ ਵਾਰ ਪੜ੍ਹੋਗੇ ਉੱਥੇ ਸ਼ਲੋਕਾਂ ਦਾ ਵੇਰਵਾ ਇੰਨਾ ਨਹੀਂ ਮਿਲੇਗਾ। ਹਾਂ, ਇੱਕ 'ਚ ਮਿਲਦਾ ਹੈ, ਜੈਤਸਰੀ ਕੀ ਵਾਰ ਮਹੱਲਾ 5ਵਾਂ, ਉਹਦੇ ਨਾਲ ਸਤਿਗੁਰੂ ਸ਼ਲੋਕਾਂ ਦਾ ਜ਼ਿਕਰ ਕਰਦੇ, ਵਾਰ ਸ਼ਲੋਕਾਂ ਨਾਲ ਵੀ ਮਿਲਦਾ ਹੈ। ਹੁਣ ਇੱਥੇ ਤੁਸੀਂ ਦੇਖੋ, ਇੱਥੇ ਵਡਹੰਸ ਕੀ ਵਾਰ ਮਹੱਲਾ 4 ਹੈ, ਪਰ ਸ਼ਲੋਕ ਗੁਰੂ ਅਮਰਦਾਸ ਦੇ ਵੀ ਨੇ, ਕਿਉਂਕਿ ਪਹਿਲਾਂ ਸਿਰਫ ਵਾਰਾਂ ਪੌੜੀਆਂ ਦਾ ਰੂਪ ਸਨ। ਜਿਸ ਦਿਨ ਗੁਰੂ ਅਰਜਨ ਦੇਵ ਨੇ ਸਾਰੀ ਬਾਣੀ ਸੰਪਾਦਿਤ ਕੀਤੀ, ਇਕੱਤਰ ਕੀਤੀ, ਫਿਰ ਉਹਨਾਂ ਨੇ ਵਾਰਾਂ ਦੀਆਂ ਜਿਹੜੀਆਂ ਪੌੜੀਆਂ ਨੇ ਉਸ ਨਾਲ ਮਿਲਦੇ ਹੋਏ ਸ਼ਲੋਕ ਵੀ ਗੁਰੂ ਅਰਜਨ ਦੇਵ ਨੇ ਦਰਜ ਕੀਤੇ। ਫਿਰ ਅਰਜ਼ ਸੁਣਿਓ। ਤੇ ਮੈਂ ਫਿਰ ਬੇਨਤੀ ਕਰਾਂਗਾ, ਇਹ ਚੀਜ਼ ਜਿਹੜੇ ਸੱਜਣ ਪਾਠ ਕਰਦੇ ਆ ਗੁਰੂ ਗ੍ਰੰਥ ਸਾਹਿਬ ਦਾ, ਉਹਨਾਂ ਨੂੰ ਬੜੀ ਛੇਤੀ ਸਮਝ ਪੈਣੀ। ਮੈਂ ਤਾਂ ਇੱਕ ਦਿਨ ਇੱਥੋਂ ਤੱਕ ਕਿਹਾ ਸੀ, ਗੁਰਮੁਖੋ ਮੇਰਾ ਖਿਆਲ ਕਦੀ ਸਮਾਂ ਮਿਲੇਗਾ, ਵਕਤ ਉਹਨਾਂ ਕੋਲ ਹੁੰਦਾ, ਦਿਲ ਕਰਦਾ ਵੀ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੰਤਰ ਹੈ ਨਾ, ਉਹਦੀ ਕਥਾ ਹੋ ਜਾਏ ਕਿ ਮਹਾਰਾਜ ਜੀ ਦੀ ਬੰਤਰ ਕਿਵੇਂ ਹੈ। ਜਿਵੇਂ ਜਿਹਨੂੰ ਅਸੀਂ ਕਹਿੰਦੇ ਹਾਂ ਬਾਣੀ ਬਿਓਰਾ, ਉਹਦੀ ਜਾਣਕਾਰੀ ਹੋਵੇ ਵੀ ਬਾਣੀ 'ਚ ਕੀ ਹੈ। ਜਿਵੇਂ ਜਪ ਸ਼ੁਰੂ ਹੁੰਦਾ ਹੈ, ਫਿਰ 100 ਦਰ ਆਉਂਦਾ ਹੈ, ਫਿਰ 100 ਪੁਰਖ ਆਉਂਦਾ ਹੈ, ਫਿਰ ਸੋਹਿਲਾ ਆਉਂਦਾ ਹੈ, ਸ੍ਰੀ ਰਾਗ, ਕਿਉਂਕਿ ਬਾਣੀ ਵਿੱਚ ਇੰਨਾ ਕੁਝ ਖਜ਼ਾਨਾ ਭਰਿਆ ਪਿਆ। ਮੈਂ ਕਈ ਵਾਰੀ ਸੋਚਣਾ, ਬੜੇ ਸਰੀਰ ਐਸੇ ਨੇ ਜਿਹੜੇ ਬਿਨਾਂ ਜਾਣਕਾਰੀ ਤੋਂ ਦੁਨੀਆ ਤੋਂ ਕੂਚ ਕਰ ਜਾਂਦੇ, ਪਰ ਕਹਿੰਦੇ ਜ਼ਰੂਰ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ। ਇਹਨੂੰ ਕੇਵਲ ਇਹ ਬਾਹਰਮੁਖੀ ਵਿਦਵਤਾ ਨਾਲ ਜੋੜ ਕੇ ਨਾ ਦੇਖੋ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਰੀਆਂ ਪੌੜੀਆਂ ਨਾਲ ਸ਼ਲੋਕ ਦਰਜ ਕੀਤੇ। ਫਿਰ ਜਿਹੜੇ ਸ਼ਲੋਕ ਵਾਰਾਂ ਤੋਂ ਵੱਧ ਗਏ, ਉਹਨੂੰ ਫਿਰ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਮਹਾਰਾਜ ਨੇ ਲਿਖਿਆ ਸ਼ਲੋਕ ਵਾਰਾਂ ਤੇ ਵਧੀਕ। ਵਾਰਾਂ ਤੇ ਵਧੀਕ ਦਾ ਅਰਥ ਹੈ ਇਹ ਸ਼ਲੋਕ ਜਿਹੜੇ ਵਾਰਾਂ ਤੋਂ ਬਚ ਗਏ ਆ, ਵਧੇ ਹੋਏ ਆ, ਅਸੀਂ ਉਹ ਦਰਜ ਕੀਤੇ ਨੇ। ਪਰ 2 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ 'ਚ ਜਿਹੜੀਆਂ ਸਿਰਫ ਪੌੜੀਆਂ ਨੇ, ਉਹਨਾਂ ਨਾਲ ਸ਼ਲੋਕ ਕੋਈ ਨਹੀਂ। ਪਰ ਇਹ ਵੀ ਗੁਰੂ ਦੀ ਖੇਡ। ਬਸੰਤ ਕੀ ਵਾਰ ਸਿਰਫ 3 ਪੌੜੀਆਂ ਤੇ ਸੱਤੇ ਬਲਵੰਡ ਸਾਹਿਬ ਦੀ ਵਾਰ ਸਿਰਫ 8 ਪੌੜੀਆਂ। ਉਹਨਾਂ ਦੋਨਾਂ ਵਾਰਾਂ ਨਾਲ 20 ਸ਼ਲੋਕ ਨੇ। ਇਹ ਜਿਹੜਾ ਪਾਠ ਅਸੀਂ ਅੱਜ ਸਰਵਣ ਕੀਤਾ, ਮੈਂ ਕਿਉਂ ਪਹਿਲਾ ਸ਼ਬਦ ਵਰਤਿਆ ਗੁਰੂ ਰਾਮਦਾਸ,
क्योंकि ये वार है, वार का संबंध पौड़ी नाल है। पौड़ियाँ गुरु रामदास दियां ने ते श्लोक गुरु अमरदास दे गुरु अर्जुन देव ने दर्ज किए। इत्थे पंजवीं ये पौड़ी है जी। इस नाल दो श्लोक ने, भावें असीं कह दिंदे आ भी ये अपना जी आसा की वार का तीजा श्लोक चौथा श्लोक, मेरा ख्याल है पौड़ी शब्द वरतां दे बहुत चंगा रहेगा, क्योंकि पौड़ियां ने वार की बनतर हजूर ने अज बख्शिश की। आरंभ विच कहने श्लोक महला तीजा। वैसे श्लोक का अर्थ हुंदा खुशी का गीत, इहदा अर्थ भी ये हुंदा है। ये तीसरे गुरुदेव धन गुरु अमरदास जी के बचन ने। सतगुरु कहते सज्जन मिले सज्जना, जिन सतगुर नाल प्यार। सज्जन मिले सज्जना, ये लफ्ज बने सत जन तो, एक दूजे दे सुहिरद जेड़े ने। हजूर कहते ने कि जिन्हां दा गुरु नाल प्यार है, ये अर्थ इतों करांगे जिन सतगुर नाल प्यार। जिन्हां शरीरां दा, जिन्हां मनुखां दा सतगुरु नाल प्यार है, वो सत संगी सज्जन एक दूजे नूं मिलदे ने। फिर बिनती सज्जन मिले सज्जना, वो सज्जन उन्हां गुरमुखा सज्जना नूं आपस विच मिलदे ने, मित्रता बनांदे ने। किन्हां दी? जिन सतगुर नाल प्यार, जिन्हां सज्जनां दा सतगुरु नाल प्यार है। महाराज फिर कहते हैं उन्हां दी आपस में जिहड़ी मित्रता है, उसका मकसद की है? गुरु जी अगे कहते मिल प्रीतम तिनी ध्याया। उन्होंने आपस विच मिल के, आपस विच बैठ के प्यारे प्रीतम वाहिगुरू जी दे नाम नूं ध्याया है, उहदा सिमरन कीता है। मिल प्रीतम तिनी ध्याया, सच्चे प्रेम प्यार, उस सच्चे परमात्मा दे प्रेम विच भेज के, उहदे प्यार विच भेज के सिख सिख नूं मिलदा है। सीधे अर्थ करा, बंदगी करन वाला उस बंदे नूं मिल रहा है जिहड़ा रब नूं मुहब्बत करदा है। ते जदों आपस विच मिलदे ने गुरमुखो, सच ये वे कि एक दूजे नूं मिलदिआं सार इन्हां नूं गुरु दी याद आ जाती है, परमात्मा दी याद आउंदी है, परमेश्वर दी याद आउंदी। क्योंकि इत्थे दोनों पक्ष रखे ने श्लोक च। मैं थोड़ा जिहा आराम विच इहदी अर्थ कर देना। एक शब्द तुसी गुरु, ये जोटे मिलते आ। एक है सुरजन, दूसरा है दुर्जन। एक है गुरमुख, दूसरा है मनमुख। सन्मुख भी है, मनमुख भी है, गुरमुख भी है ते मनमुख भी है। एक शब्द है संत, दूजा है साकत। सच ये वे दोनों की बिरती विच बड़ा जमीन आसमान का फर्क है। उंज वैसे साडी अरदास का यह हिस्सा है जिथे असी गुरु तो नाम सिमरन भजन मंगने अरदास विच। उत्थे जदों असी नानक नाम चढ़दी कला कहने हैं, क्योंकि उंज वैसे अरदास जो शब्द लिखे ने वो पूरे कहने चाहिए। मैं बेनती करा घट्टो घट सवेरे शामी जे गुरुद्वारे नहीं घर विच भी हो अरदास सानू मुकम्मल करनी चाहिए है। हुण कई बारी मैनूं पता है जे तुसीं संखेप भी कर सकते हो, पर एक बारी घट्टो घट दिने सवेरे शामी अपनी निजी अरदास विच पूरे पदे पढ़ो, क्योंकि उस विच उन्हां गुरमुखां दा जिक्र है जिहड़े पुरजा पुरजा कट मरे पर सी भी नहीं उचारण कीते। उन्हां नूं याद जरूर करना चाहिए रोज़। ते साडी अरदास दे कोई शब्द ऐसे ने कि तुसी बाकी विच शब्द छोटे मोटे थोड़ा कर सकते हो, पर यह शब्द तुसी कदी नहीं छड़ सकते कि नानक नाम चढ़दी कला तेरे भाने सरबत दा भला। इस तो पहला एक मंग है, मत्था टेकन तो पहला वो मंग है छेई प्यारे मेल। ओ गुरमुख प्यारे सानू मिलाई, जिन्ना मिलिया तेरा नाम चेता आवे। जिन्हां नूं मिल के, जिन्हां दी सोबत करके तेरा नाम चेते आवे, जिन्हां नूं मिल के परमात्मा तू याद आवे, जिन्हां नूं मिल के अंदर दी वासना खत्म हो जाए। इनू सतगुरु ने बाणी विच कहा कि जिन्हां दे संदड़ियां दुरमत वंझै आ सज्जन। सज्जन मिले सज्जना, जिन्हां दे संदड़ियां दुरमत वंझै मित्र असाडड़े सही।
ਹਉ ਟੁੰਡੇਂਦੀ ਜਗ ਸੁਭਾਇਆ ਜਾਂ ਨਾਨਕ ਵਿਰਲੇ ਕਈ। ਕਹਿੰਦੇ ਪਰ ਖੈਣ ਵਿਰਲੇ ਜ਼ਿਆਦਾ ਨਹੀਂ, ਮੈਂ ਇਹ ਸੱਜਣ ਲੱਭਣ ਤੁਰੀ ਹਾਂ। ਉਂਝ ਸ਼ੇਖ ਸਾਦੀ ਨੇ ਮਿੱਤਰਤਾ, ਦੋਸਤੀ, ਯਾਰ ਸ਼ਬਦ, ਮੈਂ ਪਰਸੋਂ ਵੀ ਸ਼ਾਇਦ ਕਿਹਾ ਸੀ ਯਾਰ ਤੇ ਜਾਰ ਦੋਨਾਂ ਵਿੱਚ, ਕਿਉਂਕਿ ਹੁਣ ਯਾਰ ਲਫ਼ਜ਼ ਦੇ ਅਰਥ ਬਹੁਤ ਗਲਤ ਕੀਤੇ ਜਾਂਦੇ। ਸ਼ਬਦ ਬੜਾ ਪਵਿੱਤਰ ਹੈ, ਇਹਦੀ ਵਰਤੋਂ ਗਲਤ ਪਾਸੇ ਵਰਤਨ ਕਰਕੇ ਸ਼ੇਖ ਸਾਦੀ ਕਹਿੰਦਾ ਜਿਤਨੀ ਮਰਜ਼ੀ ਕਿਸੇ ਨਾਲ ਨੇੜਤਾ ਹੋਵੇ, ਮਿੱਤਰਤਾ ਹੋਵੇ, ਦੋਸਤੀ ਹੋਵੇ, ਉਹਨੂੰ ਆਪਣਾ ਅੰਦਰ ਨਾ ਦਹੀਂ। ਜਿਸ ਦਿਨ ਤੇਰਾ ਦੁਸ਼ਮਣ ਬਣ ਗਿਆ ਬਹੁਤ ਨੁਕਸਾਨ ਕਰੇਗਾ। ਪਰ ਮੈਨੂੰ ਇਹ ਗੱਲ ਫਿੱਟ ਨਹੀਂ ਬੈਠੀ। ਦੁਨਿਆਵੀ ਤੌਰ ਤੇ ਠੀਕ ਹੈ ਵੀ ਆਪਣਾ ਅੰਦਰ ਨਾ ਦਹੀਂ ਸੱਜਣ ਨੂੰ, ਦੋਸਤ ਨੂੰ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦਾ ਨਹੀਂ, ਕਪਟ ਹੈ। ਫਰੀਦ ਕਹਿੰਦਾ ਜੇ ਮੈਂ ਤੈਨੂੰ ਯਾਰ ਸੱਜਣ ਕਹਿ ਦਿੱਤਾ, ਤੇਰੇ ਤੋਂ ਕੁਝ ਵੀ ਮੈਂ ਲੁਕਾਵਾਂ ਤੇ ਮੈਂ ਰੱਬ ਦਾ ਦੇਣਦਾਰ ਹੋਵਾਂਗਾ। ਮੇਰਾ ਜਿਸਮ ਇਸ ਤਰ੍ਹਾਂ ਕੋਲਿਆਂ ਉੱਤੇ ਸੜ ਕੇ ਕੋਲੇ ਬਣ ਜਾਏ ਜਿਵੇਂ ਅੱਗ ਦੇ ਉੱਤੇ ਮਜੀਦ ਸੜਦਾ ਹੈ। ਉਹਨਾਂ ਕਿਹਾ ਕੁਝ ਲੁਕਾਈ ਨਾ। ਸ਼ੇਖ ਸਾਦੀ ਕਹਿੰਦਾ ਵੀ ਲੁਕਾ ਲਈ ਕੁਛ। ਉਹ ਸ਼ਲੋਕ ਹੈ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ। ਜੇ ਮੇਰਾ ਮਿੱਤਰ ਘਰ 'ਚ ਆਇਆ ਤੇ ਮੈਂ ਉਹਦੇ ਤੋਂ ਲੁਕਾਈ ਰੱਖਾਂ, ਕਪਟ ਕਰਾਂ, ਮੈਂ ਉਹਨੂੰ ਗੱਲ ਅਸਲੀਅਤ ਨਾ ਦੱਸਾਂ। ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ, ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾਰਾਂ। ਇਸ ਤਰ੍ਹਾਂ ਰੱਬਾ ਮੇਰਾ ਤਨ ਸੜ ਜਾਏ ਜੇ ਮੈਂ ਮਿੱਤਰ ਨਾਲ ਕਪਟ ਕਰਦਾ ਹੋਵਾਂ। ਤਾਂ ਇਹਦਾ ਮਤਲਬ ਇੱਥੇ ਮਿੱਤਰਤਾ ਦੀ ਸਤਿਗੁਰੂ ਨੇ ਸ਼ਬਦ ਵਰਤਿਆ। ਹਜ਼ੂਰ ਨੇ ਐਸੇ ਵੀ ਨੇ ਜੀ ਗੁਰਮੁਖ ਪਿਆਰੇ ਜਿਨ੍ਹਾਂ ਦੀ ਨਾਮ ਕਰਕੇ ਮਿੱਤਰਤਾ ਬਣੀ, ਬੰਦਗੀ ਕਰਕੇ ਮਿੱਤਰਤਾ ਬਣੀ। ਸੱਚ ਇਹ ਵੇ ਕਿ ਉਹ ਮਿੱਤਰਤਾ ਅਖੀਰਲੇ ਸਮੇਂ ਤੱਕ ਉਹਨਾਂ ਚੋਲੇ ਵੀ ਕੱਟੇ ਛੱਡੇ। ਆਪ ਨੂੰ ਪਤਾ ਭਾਈ ਬਿਧੀ ਚੰਦ ਜੀ ਨੇ ਕਿਵੇਂ ਚਲਾਣਾ ਕੀਤਾ, ਕਿਉਂਕਿ ਅਸੀਂ ਸਾਰੇ ਭਾਈ ਸਾਹਿਬ ਦਾ ਨਾਮ ਤਾਂ ਸੁਣਨੇ ਨਾ, ਭਾਈ ਬਿਧੀ ਚੰਦ ਜੀ ਦਾ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਬੜੀ ਸੇਵਾ ਕੀਤੀ। ਗੁਰੂ ਰਾਮਦਾਸ ਜੀ ਦੇ ਸਿੱਖ ਭਾਈ ਅਦਲੀ ਦੀ ਸੰਗਤ ਕਰਕੇ ਉਹ ਸਿੱਖ ਬਣੇ ਸਨ। ਇਹ ਕੀਰਤਪੁਰ ਸਾਹਿਬ ਸਨ ਗੁਰੂ ਹਰਗੋਬਿੰਦ ਸਾਹਿਬ ਕੋਲ। ਜਿਹੜੇ ਬੁੱਢਨ ਸ਼ਾਹ ਜੀ ਹੋਏ ਨੇ, ਕੀਰਤਪੁਰ ਜਿਨ੍ਹਾਂ ਦਾ ਸਥਾਨ ਹੈ, ਗੁਰੂ ਨਾਨਕ ਸਾਹਿਬ ਦੇ ਵੇਲੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੱਕ ਉਹ ਜਿੰਦੇ ਰਹੇ। ਉਹਨਾਂ ਦਾ ਇੱਕ ਮੁਰੀਦ ਸੀ ਸੁੰਦਰ ਸ਼ਾਹ। ਉਹ ਕੀਰਤਪੁਰ ਸਾਹਿਬ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਇਹ ਮੁਰੀਦ ਹੀ ਸੀ, ਇਹ ਸੰਪਰਦਾ ਕਹਿ ਲਓ ਜਾਂ ਇਹਨਾਂ ਦੀ ਗੱਦੀ। ਭਾਈ ਬਿਧੀ ਚੰਦ ਨਾਲ ਦੀ ਮੁਹੱਬਤ ਬਣ ਗਈ, ਪਿਆਰ ਬਣ ਗਿਆ। ਸਿਮਰਨ, ਭਜਨ, ਗੁਰੂ ਦੇ ਗੱਲਾਂ, ਤੇ ਉਹ ਕੱਲੀਆਂ ਗੱਲਾਂ ਨਹੀਂ ਸੰਜੀ, ਉਹ ਧੁਰ ਅੰਦਰ ਵੀ ਮਿਲੇ ਹੋਏ ਸਨ। ਅੰਤਰ ਆਤਮੇ ਜੋ ਮਿਲਿਆ ਕਈ ਐਸੋਏ। ਬਾਹਰੋਂ ਤਾਂ ਅਸੀਂ ਰੋਜ਼ ਸਾਰੇ ਮਿਲਨੇ ਹਾਂ। ਗੁਰਮੁਖੋ ਖਿਮਾ ਕਰਿਓ, ਘਰ ਦੀ ਇੱਕ ਛੱਤ ਥੱਲੇ ਪਰਿਵਾਰ ਦੇ ਜੀਵ ਵੀ ਰੋਜ਼ ਮਿਲਨੇ ਆ, ਪਰ ਇੱਕ ਛੱਤ ਥੱਲੇ ਮਿਲਣ ਦੇ ਬਾਵਜੂਦ ਅੰਦਰ ਸਾਡੇ ਫਿਰ ਵੀ ਨਹੀਂ ਮਿਲਦੇ ਹੁੰਦੇ। ਅੰਦਰ ਜਿਹੜੇ ਨੇ, ਜਿਹੜਾ ਅੰਤਰ ਆਤਮੇ ਮਿਲਿਆ ਹੈ ਨਾ, ਉਹ ਹੀ ਅਸਲ 'ਚ ਮਿਲਿਆ ਹੈ। ਜੇ ਹੋਰ ਟੇਕ ਕੇ ਦੇਖੋ, ਜਿਹੜਾ ਤੁਰ ਅੰਦਰ ਤੋਂ ਮਿਲਿਆ ਹੈ ਉਹਦੀ ਸਰੀਰਕ ਦੂਰੀ ਹੋਣ ਦੇ ਬਾਵਜੂਦ ਵੀ ਮਿਲਿਆ ਰਹਿੰਦਾ ਹੈ। ਜਿਹੜਾ ਅੰਦਰੋਂ ਨਹੀਂ ਮਿਲਿਆ, ਸਰੀਰ ਦੇ ਨੇੜੇ ਹੋਣ ਦੇ ਬਾਵਜੂਦ ਵੀ ਕਦੀ ਨਹੀਂ ਮਿਲਦਾ। ਇਹ ਇਕੱਠੇ ਬੈਠਣਾ ਹੈ ਨਾ। ਭਾਈ ਸੁੰਦਰ ਸ਼ਾਹ ਨੇ ਗੱਲ ਕਹਿ ਦਿੱਤੀ, ਕਹਿਣ ਲੱਗੇ ਬਿਧੀ ਚੰਦ ਤੁਸੀਂ ਮੈਨੂੰ ਮੁਹੱਬਤ ਕਰਦੇ ਹੋ, ਮੈਂ ਹੁਣ ਚੱਲਾਂ ਵਾਂ ਆਪਣੇ ਸਥਾਨ ਤੇ। ਅਯੋਧਿਆ ਨੇੜੇ ਦਿਓ ਨਗਰ ਹੈ ਜਿੱਥੇ ਇਹਨਾਂ ਦਾ ਸਥਾਨ ਸੀ। ਕਹਿਣ ਲੱਗੇ ਮੈਂ ਚੱਲਾਂ ਵਾਂ, ਤੂੰ ਮੇਰਾ ਮਿੱਤਰ ਹੈ ਤੇ ਗੁਰਬਾਣੀ ਕਹਿੰਦੀ ਹੈ ਮਿੱਤਰ ਸਾਥ ਨਹੀਂ ਛੱਡਦਾ। ਮੇਰੇ ਨਾਲ ਵਾਅਦਾ ਕਰ, ਅਸੀਂ ਦੁਨੀਆ ਇਕੱਠੀ ਛੱਡ ਕੇ ਜਾਵਾਂਗੇ। ਇਹ ਬੜੇ ਕਮਾਲ ਦੀ ਘਟਨਾ ਹੈ ਜੀ। ਅਸੀਂ ਇਕੱਠੇ ਚੋਲਾ ਛੱਡਾਂਗੇ। ਭਾਈ ਬਿਧੀ ਚੰਦ ਕਹਿੰਦੇ ਨੇ ਹੈ ਤਾਂ ਹੁਕਮ ਦੀ ਖੇਡ, ਪਰ ਤੇਰੇ ਨਾਲ ਵਾਅਦਾ ਕੀਤਾ ਦੁਨੀਆ ਤੋਂ ਤੁਰਾਂਗੇ ਆਪਾਂ ਇਕੱਠੇ। ਸੁੰਦਰ ਸ਼ਾਹ ਜੀ ਚਲੇ ਗਏ। ਇਹ ਕੱਲੀ ਐਵੇਂ ਮਿੱਥ ਨਹੀਂ, ਇਹ ਘਟਨਾ ਸਥਾਨਕ ਹੈ। ਭਾਈ ਸੁੰਦਰ ਸ਼ਾਹ ਨੇ ਯਾਦ ਕੀਤਾ, ਅੰਤਲਾ ਸਮਾਂ ਆਇਆ। ਭਾਈ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਤੋਂ ਆਗਿਆ ਮੰਗੀ। ਕਹਿਣ ਲੱਗੇ ਮਹਾਰਾਜ ਆਪਣੇ ਮਿੱਤਰ ਨਾਲ, ਆਪਣੇ ਸੱਜਣ ਨਾਲ ਵਾਅਦਾ ਕੀਤਾ ਹੈ ਤੇ ਮੈਨੂੰ ਹੁਣ ਅਸੀਸ ਬਖਸ਼ੋ, ਮੈਂ ਚੱਲਿਆ ਵਾਂ। ਮਹਾਰਾਜ ਦੇ ਨੇਤਰ ਭੇਜਿਆ ਹੈ, ਨਾਲੇ ਤਾਂ ਅਸੀਸ ਦਿੱਤੀ, ਨਾਲ ਕਹਿ ਦਿੱਤਾ ਮਿੱਤਰਤਾ ਹੋਵੇ, ਸੱਜਣਤਾ ਹੀ ਹੋਵੇ ਤੇ ਐਸੀ ਹੋਵੇ
ਤੁਰਦਿਆਂ ਕਿਹਾ ਬਿਧੀ ਚੰਦ ਤੂੰ ਜਾ ਕੇ ਸਿੱਖੀ ਦੀ ਗੁਰੂ ਦੀ ਬਾਣੀ ਦੀ ਗੱਲ ਕਰੀ, ਜਿਹੜਾ ਤੇਰੇ ਤੇ ਮੇਰੇ ਵਿੱਚ ਅੰਤਰ ਜਾਣੇਗਾ ਸੋ ਗੁਰੂ ਤੋਂ ਵਿਛੜਿਆ ਰਹੇਗਾ। ਤੁਸੀਂ ਦੇਖੋ ਗੁਰੂ ਤੇ ਸਿੱਖ ਕਿਵੇਂ ਮਿਲੇ ਹੋਏ, ਜਿਹੜਾ ਤੇਰੇ ਮੇਰੇ 'ਚ ਅੰਤਰ ਜਾਣੇਗਾ ਸੋ ਵਿਛੜਿਆ ਰਹੇਗਾ। ਭਾਈ ਸਾਹਿਬ ਗਏ ਤੇ ਬਹੁਤ ਅਚੰਭਤ ਹੈ ਗੱਲ ਇਹ ਕਿ ਉਹਨਾਂ ਨੇ ਸੁੰਦਰ ਸ਼ਾਹ ਨੂੰ ਮਿਲੇ। ਹਿਸਟਰੀ ਪੜ੍ਹ ਕੇ ਦੇਖੋ, ਉਹਨਾਂ ਨੇ ਇੱਕੋ ਵੇਲੇ ਇੱਕੋ ਥਾਂ ਤੇ ਇਕੱਠਿਆਂ ਨੇ ਆਪਣੇ ਸਰੀਰ ਛੱਡੇ ਸਨ। ਮੈਂ ਆਪ ਨੂੰ ਬੇਨਤੀ ਕਰਨਾ, ਮਿੱਤਰਤਾ ਜਿਹੜੀ ਹੁੰਦੀ ਹੈ, ਗੁਰੂ ਤਾਂ ਇੱਥੋਂ ਤੱਕ ਕਹਿੰਦੇ ਨੇ ਸਿੱਖ ਵੀ ਮਿੱਤਰ ਹੈ, ਸੱਜਣ ਹੈ। ਆਪ ਇੱਕ ਬਚਨ ਪੜ੍ਹਦੇ ਹੋ ਸੂਈ ਰਾਗ 'ਚ, ਹੁਕਮਨਾਮਾ ਵੀ ਕਈ ਵਾਰੀ ਦਰਬਾਰ ਸਾਹਿਬ ਤੋਂ ਆਉਂਦਾ ਹੁੰਦਾ। ਇੱਥੋਂ ਮੈਂ ਤਾਂ ਨਹੀਂ ਕਹਿੰਦਾ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਦੂਸਰੇ ਪਾਸੇ ਹੁੰਦਾ ਹੈ। ਉਹ ਹਸਤਲਿਖ ਦੀ ਬੀੜ ਤੋਂ ਕਈ ਵਾਰੀ ਮੈਂ ਮੰਜੀ ਸਾਹਿਬ ਕਥਾ ਕੀਤੀ। ਗੁਰੂ ਸਾਹਿਬ ਕਹਿੰਦੇ ਨੇ ਸੱਜਣ ਉਹ ਹੈ ਜਿਹੜਾ ਇੱਥੇ ਵੀ ਬਾਂਹ ਨਾ ਛੱਡੇ ਤੇ ਰੱਬ ਦੀ ਦਰਗਾਹ ਵਿੱਚ ਵੀ ਬਾਂਹ ਨਾ ਛੱਡੇ। ਗੁਰਮੁਖੋ, ਸੱਚੀ ਗੁਰੂ ਨਾਨਕ ਉਹ ਸੱਜਣ ਹੈ ਜਿਹੜਾ ਨਾ ਇੱਥੇ ਕਦੀ ਰੁਲਣ ਦਿੰਦਾ ਤੇ ਨਾ ਅੱਗੇ ਉਹਨੇ ਰੁਲਣ ਦੇਣਾ ਹੈ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ। ਇਦੋਂ ਵੱਡਾ ਕੋਈ ਮਿਲੇਗਾ ਜੀ? ਉਹ ਸੱਜਣ ਕੌਣ ਹੈ? ਇੱਕ ਤਾਂ ਉਹ ਸੱਜਣ ਹੈ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਮਹਾਰਾਜ ਕਹਿੰਦੇ ਨੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਉਹ ਉੱਥੇ ਖਲੋਤੇ ਪਹਿਲਾਂ ਮਿਲਦੇ ਨੇ ਜਿਹਨੂੰ ਮੁਹੱਬਤ ਕਰਕੇ ਸੱਜਣ ਬਣਾਇਆ। ਹਜ਼ੂਰ ਨੇ ਸ਼ਬਦ ਵਰਤਿਆ, ਕਹਿੰਦੇ ਸੱਜਣ ਮਿਲੇ ਸੱਜਣਾ। ਆਪਸ ਵਿੱਚ ਗੁਰਮੁਖ ਸੱਜਣ, ਸਿੱਖ ਸਿੱਖ ਨੂੰ ਮਿਲਿਆ, ਪਰ ਕੌਣ ਜੀ? ਜਿਨ ਸਤਿਗੁਰ ਨਾਲ ਪਿਆਰ। ਇੱਥੇ ਨਹੀਂ ਕਿਹਾ ਜਿਹਦਾ ਖੂਨ ਦਾ ਰਿਸ਼ਤਾ ਉਹ ਮਿਲਿਆ, ਜਿਨ ਸਤਿਗੁਰ ਨਾਲ ਪਿਆਰ। ਮਿਲ ਪ੍ਰੀਤਮ ਤਿਨੀ ਧਿਆਇਆ। ਆਪਸ ਵਿੱਚ ਮਿਲ ਕੇ ਉਹਨਾਂ ਨੇ ਪ੍ਰੀਤਮ ਪਰਮਾਤਮਾ ਦੀ ਇਬਾਦਤ ਕੀਤੀ, ਉਹਨੂੰ ਧਿਆਇਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚੇ ਪ੍ਰੇਮ ਪਿਆਰ। ਉਹ ਸੱਚੇ ਦੇ ਪਿਆਰ 'ਚ ਭਿੱਜੇ ਨੇ, ਉਹ ਉਹਦਾ ਸਿਮਰਨ ਕਰ ਰਹੇ ਆ। ਮਨ ਹੀ ਤੇ ਮਨ ਮਾਨਿਆ। ਜਿਹੜਾ ਮਨ ਨਹੀਂ ਸੀ ਨਾ ਮੰਨਦਾ, ਇਹ ਮਨ ਤੋਂ ਹੀ ਮੰਨ ਗਿਆ। ਇਹ ਵੀ ਬੜੀ ਡੂੰਘੀ ਬਾਤ ਹੈ ਜੀ। ਅੱਜ ਵੀ ਸ਼ਾਮੀ ਚੱਲੇਗਾ ਮਨ ਦਾ ਪ੍ਰਕਰਨ। ਅਸਲ 'ਚ ਮਨ ਮਿੱਤਰ ਬੜਾ ਜੇ, ਇਹਦੇ ਤੋਂ ਬਿਨਾ ਕੋਈ ਗੱਲ ਨਹੀਂ ਬਣਨੀ, ਤੇ ਇਦੋਂ ਵੱਡਾ ਦੁਸ਼ਮਣ ਵੀ ਕੋਈ ਨਹੀਂ। ਜਿੱਦਣ ਡੋਬਣ ਲੱਗਦਾ ਤੇ ਸੱਚੀ ਮੁੱਚੀ ਮੰਝ ਧਾਰ ਵਿੱਚ ਬੰਦੇ ਦੀ ਬੇੜੀ ਡੋਬ ਕੇ ਰੱਖ ਦਿੰਦਾ ਹੈ, ਤੇ ਜਿੱਦਣ ਕਿਸੇ ਸਿੱਧੇ ਪਾਸੇ ਚੱਲ ਪਵੇ ਤੇ ਡੁੱਬਦੇ ਹੋਏ ਨੂੰ ਵੀ ਕਿਨਾਰੇ ਲਾ ਦਿੰਦਾ ਹੈ। ਕਿਉਂਕਿ ਮਨ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ। ਮਨ ਕੀ ਤੇ ਮਨ ਮਾਨਿਆ। ਜਿਹੜਾ ਮਨ ਅੱਗੇ ਵਾਸ਼ਨਾ ਵਿੱਚ ਪ੍ਰਵਿਰਤ ਸੀ, ਮਾੜੇ ਰਸਤੇ ਵਿੱਚ ਪ੍ਰਵਿਰਤ ਸੀ, ਉਹੀ ਮਨ, ਉਹੀ એનર્ਜੀ ਇੱਕੋ ਦਮ ਅੰਤਰਮੁਖੀ ਹੋ ਗਈ, ਸਤ ਸੰਗਤ ਵਿੱਚ ਆਉਣ ਲੱਗ ਵੀ। ਪਿਆਰਿਓ, ਉਸੇ ਮਨ ਦੇ ਖਿਆਲਾਂ ਨੇ ਜਿਹੜੇ ਖਿੰਡਾ ਬਣਾਈ ਬੈਠੇ ਸਨ, ਉਹਨਾਂ ਖਿਆਲਾਂ ਨੇ ਟਿਕਾ ਬਣਾ ਦਿੱਤਾ। ਮਨ ਨੇ ਆਪਣੇ ਆਪ ਨੂੰ ਆਪੇ ਹੀ ਮਨਾ ਲਿਆ ਹੈ। ਕਈ ਵਾਰੀ ਤੁਸੀਂ ਦੇਖੋ ਆਪਣੇ ਮਨ ਨਾਲ ਅਸੀਂ ਗੱਲਾਂ ਕਰਨੇ ਆ ਨਾ, ਹਜ਼ੂਰ ਕਹਿੰਦੇ ਨੇ ਮਨ ਕੀ ਤੇ ਮਨ ਮਾਨਿਆ, ਗੁਰ ਕੈ ਸ਼ਬਦ ਅਪਾਰ। ਗੁਰੂ ਦੇ ਸ਼ਬਦ ਰਾਹੀਂ, ਪਰਮਾਤਮਾ ਰਾਹੀਂ ਇਹ ਮਨ ਜਿਹੜਾ ਇਹ ਮੰਨ ਗਿਆ। ਅੱਗੇ ਗੁਰੂ ਸਾਹਿਬ ਕਹਿੰਦੇ ਨੇ ਇਹ ਸੱਜਣ ਮਿਲੇ ਨਾ ਵਿਛੜੈ। ਜਿਹੜੇ ਆ ਗੁਰਮੁਖ ਸੱਜਣ ਨੇ ਨਾ, ਇਹ ਮਿਲ ਜਾਣੇ ਕਦੀ ਵਿਛੜਦੇ ਨਹੀਂ, ਕਦੀ ਦੂਰ ਨਹੀਂ ਹੁੰਦੇ। ਸਤਿਗੁਰੂ ਕਹਿੰਦੇ ਜੇ ਆਪ ਮੇਲੇ ਕਰਤਾਰ, ਜਿਨ੍ਹਾਂ ਨੂੰ ਕਰਤਾਰ ਨੇ ਆਪ ਮਿਲਾਇਆ ਹੈ। ਜੇ ਆਪਾਂ ਸੰਗਤੀ ਰੂਪ ਵਿੱਚ ਮਿਲਨੇ ਆ, ਕਿਤੇ ਤੁਰ ਲਿਖਿਆ ਹੈ ਤੇ ਮਿਲੇ ਹਨਾ। ਸਤਿਗੁਰੂ ਕਹਿੰਦੇ ਕਰਤਾਰ ਨੇ ਮਿਲਾਏ ਨੇ। ਹੁਣ ਦੇਖਿਓ ਦੂਜਾ ਪੱਖ ਆ ਗਿਆ। ਸ਼ਲੋਕ ਇੱਕੋ ਹੈ। ਪਹਿਲਾ ਸੱਜਣ ਹੈ ਗੁਰਮੁਖ ਮਹਾਂਪੁਰਸ਼ ਬੰਦਗੀ ਵਾਲੇ। ਹੁਣ ਗੁਰੂ ਜੀ ਕਹਿੰਦੇ ਤੁਹਾਨੂੰ ਦੁਨੀਆ 'ਚ ਉਹ ਵੀ ਮਿਲਦੇ ਨੇ, ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ। ਇੱਕ ਉਹ ਵੀ ਜ਼ਿੰਦਗੀ 'ਚ ਮਿਲਦੇ ਆ ਜਿਨ੍ਹਾਂ ਨੂੰ ਅਸੀਂ ਰੋਜ਼ ਮਿਲਨੇ ਆ, ਜਿਨ੍ਹਾਂ ਨੂੰ ਰੱਬ ਦੇ ਦੀਦਾਰ ਦੀ ਪ੍ਰਤੀਤ ਹੀ ਨਹੀਂ। ਦਰਸ਼ਨ ਕਿਉਂ ਕਹਿੰਦੇ? ਰੱਬ ਥੋੜਾ ਹੈ ਹੀ ਕੁਛ ਨਹੀਂ ਜੀ, ਇਹ ਝੂਠ ਹੈ ਜੀ ਸਭ ਕੁਛ। ਗੁਰੂ ਸਾਹਿਬ ਕਹਿੰਦੇ ਦੇਖੋ ਉਹ ਵੀ ਲੋਕ ਮਿਲਦੇ ਆ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕਰਹਿ ਵਿਚਾਰ। ਕਦੀ ਉਹ ਸ਼ਬਦ ਦੀ ਵਿਚਾਰ ਕਰਨ ਨੂੰ ਤਿਆਰ ਨਹੀਂ, ਸ਼ਬਦ ਦਾ ਮੰਥਨ ਕਰਨ ਨੂੰ ਤਿਆਰ ਨਹੀਂ।
परमात्मा के दर्शनां की प्रतीत नहीं, शब्द की विचार नहीं करते। गुरु साहब कहते विछुड़िया का क्या विछुड़ा है। फिर सुनियो, विछुड़िया का जेड़े अपने रब तो विछुड़े आ उन्हां दे विछोड़े नूं तुसीं की कहोगे। जेड़े रब तो विछड़ गया मत समझो सानू मिलते ने। महाराज कहते वो विछड़ी हुए ने। विछुड़िया का क्या विछुड़े दिन जिन्ना दूजे भाए प्यार, जिन्ना दा परमात्मा तो बिना द्वैत भाव विच खिंच गए। महाराज कहते जेड़े रब तो विछड़े ने उन्हां दे विछोड़े की गल करदे, वो तो धुर दरगाह तो ही भुले होए ने। अगे सतगुरु बचन कर रहे आ, मनमुख सेती दोस्ती। मनमुख बंदे की मित्रता जिहड़ी दोस्ती है, थोड़िया दिन चार, ये 4 दिन की खेड है, थोड़े दिनों की मित्रता है। इस प्रीति टुट दी विलम ना होवे। मनमुख बंदे दी जिन्हों गुरु ते भरोसा नहीं, गुरु ते प्रतीत नहीं, मुहब्बत नहीं, इस दी मित्रता टुटदियां विलम ना होवी, देरी नहीं हुंदी, बड़ी छेती टुट जाती है। इत दोस्ती चलन विकार, इस मित्रता दे विचों भी विकार जन्म लेंदे आ, विकार ही चलते हैं। हाँ गुरमुखो, बाबा जी ने बाणी च कहा, मनमुखा केरी दोस्ती माया का संबंध, वेखद्या ही भज जान कदे ना पायन बंद, जिचर पैनन खावने तिचर रखन गंढ, जित दिन कछु ना होवी तित दिन बोलन गंध। सतगुरु शब्द कह रहा, ओदी दोस्ती धन ते है, पदार्थां ते है, स्वार्थ ते है। जित दिन ओदा तुसी स्वार्थ ना पूरा किया, मूँह ओही है जिहड़ा कहंदा इहदे वर्गा कोई नहीं, बहुत अच्छा, बहुत चंगा, ये रिश्तेदार मेरा बड़ा प्यारा। प्यारो जिदन पिछा हथ के चलो, ओही लोग सच्ची मुची खून दे रिश्ते भी रज के बदनामी करते होंदे। महाराज जी कहते की करेंगे, रब वालों भी फटकारे हुए, ये विछड़े ही ने। इन्हां दी दोस्ती याद रखो, जिहड़ी गुरमुख की मित्रता है ना, एक विद्वान कहता रेशम का धागा लै लो, रेशम का लच्छा, ये लच्छा कहते सन, अपने उन का जिहड़ा पिन्ना जिहा बनाते सन, लच्छा भी कहते सन। कहते रेशम का लच्छा लै लो, रेशम के धागे लै लो, तो उन्होंने तुम यत्न करो ना भी जिहड़ा उलझिया है, मैं यदी एक एक तंद वखरी करनी। रेशम का धागा कदी भी सुलझेगा नहीं, जिन्ना यत्न करोगे होर उलझदा जाएगा, होर एक दूजे दे धागा धागे च बसेगा। कहन लगे सज्जन की मित्रता इस तरह जिवें रेशम के धागे आ, जे कोई यह भी दूर करना है वो सगे होर नेड़ता बनती है। कह लगे दुर्जन बंदे की मित्रता इस तरह है जिवें छिजा होया कपड़ा है, जे सुई धागा लैके सीना चाहो कपड़ा उत्थों ही पाटन लग पैंदा। कई बार तुसीं देखदे हो छिजा होया, वो शब्द बड़े प्यारे उन्हें कहन लगे दुर्जन प्रीत, जिहड़ी दुर्जन की प्रीत है, जरन बसर जतन करत फट जात, सुगड़न प्रीत रेशम लश सुलझावत उलझात। जिन्ना सुलझाओगे होर नेड़े नेड़े हो जाएगा। महाराज कहते ने प्यारिओ, वो मनमुखां की दोस्ती कादी जी। हजूर ने कहा जिन्हां अंदर सच्चे का भौ नहीं। याद रखियो, इत्थे 3-4 ओहदे औग दस्सिया। एक तां उहनूं प्रतीत कोई नहीं, कादी दोस्ती। दूजा ओहदे शब्द दी विचार कोई नहीं। तीसरा ओहदे अंदर सच्चे रब दा भय है ही नहीं कि मैं भी कल नूं मर के लेखा देना है। जो आया वो बोल रहा है, जो जबान विच आउंदा कह रहा है। महाराज गुरु अमरदास कहते हैं जिन्हां अंदर सच्चे का भौ नहीं, नाम ना करें प्यार, नाम नूं मुहब्बत नहीं करते। अगे गुरु जी कहते नानक तिन स्यों क्या कीचै दोस्ती। फिर बेनती उन्हां नाल कादी मित्रता जी, कादी दोस्ती, जे आप भुलाए करतार, जिन्हां नूं करतार ने रब ने आप ही भुला दिता। गुरमुखो उन्हां दी मित्रता कादी है। यह है पहले सलोक की संपूर्णता। मैं फिर संखेप जा कह दियाँ, इहदे विच एक गुरमुख दोस्ती है, एक मनमुख की दोस्ती है। सतगुरु कहते ने जेड़े बंदगी वाले आ, सज्जन सज्जन नूं मिलदा है, उत्थे गुरु याद आउंदा है। उंज वैसे गुरु अमरदास जी का एक ना वार्तक शब्द है। ये वार्तक जिन्हों आप पोइट्री नहीं, शब्दानी नहीं, तो एक पुरातन गुरु ग्रंथ साहिब के स्वरूप के पिछे लिखे
ਉਹ ਕਹਿੰਦੇ ਜਦੋਂ ਸਿੱਖ ਸਿੱਖ ਨੂੰ ਮਿਲੇ ਤੇ ਕੀ ਕਰੇ। ਉਹਨਾਂ ਸ਼ਬਦ ਵਰਤਿਆ, ਅੰਨ ਭੁੱਖ ਲੱਗੀ ਜੀਵਣਾ, ਭਰੇ ਤੇ ਭਰਨਾ ਨਾਹੀ। ਬੜੀਆਂ ਸੋਹਣੀਆਂ ਉਹ, ਮੈਂ ਸਿਰਫ 3-4 ਗੱਲਾਂ ਲਈਆਂ ਉਹ ਚੋਂ। ਸਿੱਖ ਰੋਟੀ ਉਦੋਂ ਖਾਏ ਜਦੋਂ ਭੁੱਖ ਲੱਗੇ, ਭੁੱਖ ਨਹੀਂ ਤੇ ਜੀਭ ਦੀ ਲਾਲਸਾ ਲਈ ਕਦੀ ਵੀ ਖਾਏ ਨਾ। ਕਈ ਵਾਰੀ ਬੰਦੇ ਰੱਜੇ ਹੁੰਦੇ ਆ ਗਲੇ ਤੱਕ, ਤੇ ਚੀਜ਼ ਵੇਖ ਕੇ ਅੱਖਾਂ ਤੇ ਜੀਭ ਨਹੀਂ ਰੱਜਦੀ। ਅੰਨ ਭੁੱਖ ਲੱਗੀ ਜੀਵਣਾ, ਭਰੇ ਤੇ ਭਰਨਾ ਨਹੀਂ। ਜੇ ਭਰਿਆ ਪਿਆ ਤੇ ਢਿੱਡ ਹੋਰ ਨਹੀਂ ਭਰਨਾ। ਅੰਨ ਭੁੱਖ ਲੱਗੀ ਜੀਵਣਾ, ਭਰੇ ਤੇ ਭਰਨਾ ਨਹੀਂ। ਸੌਣਾ ਤਾਂ ਜੇ ਨੀਂਦ ਆਏ, ਬਹੁਤਾ ਸੌਣਾ ਗਾਫਲਤਾਈ ਹੈ। ਕਈ ਵਾਰੀ ਬੰਦਿਆਂ ਨੂੰ ਨੀਂਦਰ ਨਹੀਂ ਆਉਂਦੀ, ਉਹ ਜੀ ਨਹੀਂ ਮੈਂ ਲੰਮਾ ਪੈ ਜਾਂਦਾ, ਸਾਰਾ ਦਿਨ ਹੀ ਪੈ ਰਹਿੰਦੇ। ਬਹੁਤਾ ਸੌਣਾ ਗਾਫਲਤਾਈ ਹੈ। ਅੱਗੇ ਕਹਿੰਦੇ ਨੇ ਅਕੇ ਨਾਮ ਜਪਣਾ, ਸਿੱਖ ਸਿੱਖ ਨੂੰ ਮਿਲੇ ਤੇ ਨਾਮ ਜਪੇ। ਅਕੇ ਸ਼ਬਦ ਗਾਵਣਾ, ਗੁਰਬਾਣੀ ਗਾਉਣੀ। ਅਕੇ ਗੁਰੂ ਕੀਆਂ ਗੱਲਾਂ ਕਰਨੀਆਂ। ਗੁਰਮੁਖੋ, ਮਿਲਦਿਆਂ ਵੀ ਜਦੋਂ ਗੁਰੂ ਦੀ ਗੱਲ ਕਰਾਂਗੇ, ਗੁਰੂ ਦੇ ਸ਼ਬਦ ਦੀ ਬਾਤ ਕਰਾਂਗੇ, ਸਤਿਗੁਰੂ ਦੀ ਗੱਲ ਕਰਾਂਗੇ, ਉਹਦੇ ਨਾਲ ਚਾਅ ਮਿਲਦਾ ਹੈ। ਕਈ ਵਾਰੀ ਦੇਖੋ ਆਪਸ 'ਚ ਬੈਠੇ ਹੋਏ ਜਦੋਂ ਸ਼ਬਦ ਦੀ ਗੁਰਬਾਣੀ ਦੀ ਗੱਲ ਕਰੀਏ, ਭਾਵੇਂ ਉਹ ਗੱਲਾਂ ਬਾਹਰ ਮੁਖੀ ਨੇ, ਗੁਰੂ ਐਸਾ ਗੁਰੂ ਐਸਾ, ਤੁਸੀਂ ਉੱਠਦਿਆਂ ਮਹਿਸੂਸ ਕਰੋਗੇ ਅੰਦਰ ਨੂੰ ਠੰਡ ਪੈਣ ਲੱਗ ਪਈ ਏ, ਤੇ ਬਾਹਰ ਨਿਕਲ ਕੇ ਦਿਲ ਕਰਦਾ ਕਿ ਜਪਜੀ ਸਾਹਿਬ ਦਾ ਪਾਠ ਹੀ ਕਿਉਂ ਨਾ ਕਰ ਲਈਏ, ਕਿਉਂਕਿ ਉਹਦੇ ਵਿੱਚ ਸਕੂਨ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਭਾਈ ਸੱਜਣੋ ਕਿ ਉਹ ਬੰਦਿਆਂ ਦੀ ਕਾਹਦੀ ਦੋਸਤੀ ਜਿਨ੍ਹਾਂ ਵਿੱਚ ਸ਼ਬਦ ਦਾ ਪਿਆਰ ਨਹੀਂ, ਗੁਰੂ ਦੀ ਪ੍ਰਤੀਤ ਨਹੀਂ, ਮੁਹੱਬਤ ਨਹੀਂ। ਹੁਣ ਅੱਗੇ ਸਤਿਗੁਰੂ ਕਹਿੰਦੇ ਨੇ, ਮਹੱਲਾ ਤੀਜਾ ਦੂਜਾ ਸ਼ਲੋਕ ਹੈ 1। ਇੱਥੇ ਮੈਂ ਖਿਮਾ ਕਰਿਓ, ਜਿੱਥੇ ਈੜੀ ਨੂੰ ਸਿਹਾਰੀ ਤੇ ਕੱਕੇ ਨੂੰ ਸਿਹਾਰੀ ਆਏ ਨਾ ਜੀ, ਇੱਕ ਸੇ ਇੱਕ ਦਾ ਅਰਥ ਇੱਕ ਵਚਨ ਨਹੀਂ ਕਰਨਾ, ਇਹ ਬਹੁ ਵਚਨ ਹੈ। ਕਈ ਇੱਕ ਸਦਾ ਇੱਕ ਤੈ ਰੰਗ ਰਹੇ, ਇਹ ਬਹੁ ਵਚਨ ਰਹੇ। ਕਈ ਸੱਜਣ ਐਸੇ ਨੇ ਜਿਹੜੇ ਸਦਾ ਇੱਕ ਰੱਬ ਦੇ ਰੰਗ ਵਿੱਚ ਹੀ ਰਤੇ ਰਹਿੰਦੇ ਆ। ਅੱਠੇ ਪੈਰ ਉਹ ਸਿਮਰਨ ਚ ਨੇ। ਇੱਕ ਸਦਾ ਇੱਕ ਤੈ ਰੰਗ ਰਹੇ, ਤਿੰਨ ਕੈ ਖੌ ਸਦ ਬਲਿਹਾਰੈ ਜਾਉ। ਇੱਥੇ ਫਿਰ ਬਹੁਵਚਨ ਆ ਗਿਆ, ਤਿੰਨ ਕੇ ਉਹਨਾਂ ਦੇ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਨਾ, ਬਲਿਹਾਰ ਜਾਨਾ। ਤਨ ਮਨ ਧਨ ਅਰਪੀ, ਮਹਾਰਾਜ ਕਹਿੰਦੇ ਨੇ ਤਨ ਮਨ ਧਨ ਅਰਪੀ ਤਿੰਨ ਕੋ। ਵਾਹਿਗੁਰੂ ਜਿਹੜੇ ਸਦਾ ਰੰਗ ਚ ਰਤੇ ਨੇ, ਆਪਣਾ ਤਨ ਆਪਣਾ ਮਨ ਆਪਣਾ ਧਨ ਮੈਂ ਸਭ ਕੁਝ ਉਹਨਾਂ ਅੱਗੇ ਅਰਪਦੇ ਹਾਂ, ਮੈਂ ਭੇਟ ਕਰਦੇ ਹਾਂ। ਨਿਵ ਨਿਵ ਲਾਗੋਂ ਪਾਏ, ਮੈਂ ਝੁਕ ਝੁਕ ਕੇ, ਇੱਥੇ ਪਾਏ ਅਰਥ ਸ਼ਬਦ ਪਾਏ ਪਾਪ ਚਰਨ ਪੈਰ, ਮੈਂ ਝੁਕ ਝੁਕ ਕੇ ਉਹਨਾਂ ਦੇ ਪੈਰਾਂ 'ਚ ਮੱਥਾ ਟੇਕਾਂ ਜਿਹੜੇ ਸਦਾ ਇੱਕੋ ਰੰਗ ਵਿੱਚ ਰਤੇ ਹੁੰਦੇ ਆ। ਇਹ ਕੋਈ ਸ਼ੱਕ ਨਹੀਂ, ਇਹ ਕਹਿਣਾ ਨਹੀਂ ਪੈਂਦਾ, ਸੱਚ ਅੰਦਰ ਝੁਕਣ ਲੱਗ ਪੈਂਦਾ ਹੈ। ਪਰ ਕਈ ਵਾਰੀ ਇਹਨਾਂ ਤੁਕਾਂ ਦੇ ਪਖੰਡੀ ਲੋਕ ਨਜਾਇਜ਼ ਫਾਇਦਾ ਵੀ ਉਠਾ ਜਾਂਦੇ ਆ, ਬਹੁਤ ਜ਼ਿਆਦਾ। ਮੈਂ ਤਾਂ ਕਹਿ ਰਿਹਾ, ਮੈਂ ਨਿੰਦਿਆ ਵਾਲੇ ਪਾਸੇ ਨਹੀਂ ਤੁਹਾਡੀ ਸੁਰਤ ਲਿਜਾਣੀ ਚਾਹੁੰਦਾ। ਉਹ ਕਈ ਵਾਰੀ ਪਰਪੰਚੀ ਲੋਕ ਕੀ ਕਰਦੇ ਆ, ਉਹ ਇੱਥੋਂ ਤੱਕ ਜਗਿਆਸੂ ਨੂੰ ਲੁੱਟਣ ਲਈ ਵੀ ਤੈਨੂੰ ਭਰੋਸਾ ਨਹੀਂ, ਤੈਨੂੰ ਬਲਾਈਂਡ ਫੇਥ ਨਹੀਂ। ਬਾਣੀ ਵੀ ਕਹਿੰਦੀ ਹੈ ਤੂੰ ਤਨ ਵੀ ਅਰਪ ਦੇ, ਧਨ ਵੀ ਅਰਪ ਦੇ, ਮਨ ਵੀ ਅਰਪ ਦੇ। ਯਾਦ ਰੱਖਿਓ, ਉਹ ਤਨ ਧਨ ਦੇ ਤੇ ਮਨ ਦੇ ਥੱਲੇ ਵੀ ਵਿਚਾਰ ਕਰਦੇ ਹੁੰਦੇ ਆ। ਇਸ ਤੋਂ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਆਪਣਾ ਤਨ ਮਨ ਧਨ ਸਭ ਕੁਝ ਅਰਪ ਦਿੱਤਾ। ਤਿੰਨ ਨਿਵ ਨਿਵ ਤਿੰਨ ਕੋ ਨਿਵ ਨਿਵ ਲਾਗੂ ਪਾਏ, ਮੈਂ ਉਹਨਾਂ ਨੂੰ ਝੁਕ ਕੇ। ਕਿਉਂਕਿ ਗੁਰਮੁਖੋ, ਜਿੰਨੇ ਵੀ ਅਸੀਂ ਬਾਹਰ ਮੁਖੀ ਇਹ ਕਰਨੇ ਆ ਨਾ ਜੀ, ਗੁਰੂ ਕੋਲ ਮੁਦਰਾ ਜਾਂ ਸਰੀਰ ਦੇ ਐਕਸ਼ਨ ਕਹਿੰਦੇ, ਜਾਂ ਸਰੀਰ ਜਿਵੇਂ ਵੀ ਅਸੀਂ ਗੁਰੂ ਕੋਲ ਕਰਨੇ ਆ ਨਾ, ਹੱਥ ਜੋੜਨੇ ਆ, ਮੱਥਾ ਟੇਕਨੇ ਆ, ਪ੍ਰਕਰਮਾ ਕਰਨੇ ਆ, ਇਹ ਹਰ ਬਾਰ ਮੁਖੀ ਚਿੰਨ੍ਹ ਦਾ ਅੰਤਰੀਵ ਅਰਥ ਹੈ। ਇਹ ਸਿਰਫ ਕੇਵਲ ਨਹੀਂ, ਜਦੋਂ ਅੰਤਰੀਵ ਅਰਥ ਗਵਾਚ ਜਾਏ ਤੇ ਬਾਹਰ ਦੀ ਚੀਜ਼ ਨੂੰ ਵੀ ਗੁਰੂ ਖੰਡਨ ਕਰ ਦਿੰਦਾ। ਸੁਣਿਓ ਇਸ ਬੇਨਤੀ ਨੂੰ। ਅਸੀਂ ਆਏ, ਮੱਥਾ ਟੇਕਿਆ, ਮੈਂ ਵੀ ਟੇਕਿਆ, ਤੁਸੀਂ ਵੀ ਟੇਕਿਆ, ਹੱਥ ਜੋੜੇ। ਇਸ ਢਾਂਚੇ ਨੇ, ਇਸ ਮੱਥੇ ਨੇ ਇੱਕ ਦਿਨ ਅੱਗ 'ਚ ਸੜ ਜਾਣਾ ਹੈ, ਬਿਨਸਨਕਾਰ ਹੈ। ਪਰ ਕਿਉਂ ਟੇਕਨੇ ਆ ਮੱਥਾ? ਇਸ ਮੱਥੇ ਦੇ ਥੱਲੇ ਅੰਦਰ ਦਾ ਕੋਈ ਅਰਥ ਹੈ।
क्योंकि मत्था हंकार दा, सिर हंकार दा सूचक है गुरबाणी च। कहन लगे अपने हंकार नूं गुरु दे चरनां विच रख दे। नानक सेवक सोई आखिए जो सिर धरै उतार, सतगुर का भाना मन लै शब्द रखे उरतार। मत्था टेकन का मतलब मेरा ख्याल उदों भाव ही बनाना चाहिए। हे सच्चे पातशाह, मैं एक दिन कहा सी गुरबाणी च ना जी, देखो कई सज्जन देखे मत्था टेकदे आ ते फिर बैक चलदे आ पिछे, उन्हां दे मन च ये हुंदा भी गुरु जी वाल पिठ हो जानी है, ये महाराज ये बेअदबी हो जाएगी। नहीं प्यारिओ, इस तरह ना सोचो। पाठ करदे एक दिन आया, महाराज तुसीं ते समाती दिंदे पे हो, जदों गुरु जी कोल आउणा है मत्था टेकदिआं ये भाव बनाइए कि सतगुरु मेरे सिर ते हत्थ रख के असीस देंदे आ। जदों बैक जाने आ पिठ हो जाए गुरु वाल, उदों ये भावना बनाइए गुरु मेरी कंड ते थापड़ा पिया दिंदा है। अपने आप अंदर दोवें शब्द हुंदे आ। कल शायद भाई साहब पढ़ रहे सन कि मेरा हीर है रतन नाम हर बसिया, गुर हाथ धरियो मेरा माथा, सिर ते भी हथ रखदा ते दूजे पासे गुर थापी दिती कंड जियो, जे कंड हो जाए उहदे ते भी थापड़ा दिंदा है। जे मत्था टेकने का मतलब ये वे कि अपनी मत नूं, अपनी अकल नूं, अपने आप नूं गुरु दे समर्पित कर दिता, फिर असीं परिक्रमा करने हथ जोड़ के। इस हथ जोड़न का अंतरीव अर्थ की है? क्योंकि हिंदुइज्म विच भी हिंदू वीर भी हथ जोड़ते नमस्ते, मुसलमान वीर हथ फैलाते आ, दुआ करते आ। हुण साडे नियाणे उत्थे जी जिहड़े आम तौर पर शहरां च पढ़ते आ जां कॉन्वेंट स्कूलों च, वो किताब जुड़ डिग पे ना इक्को दम अंज अंज करन लग पैंदे आ। हाँ जी, ये क्यों करते आ? इस तरह तीन थां करते आ, अंज अंज ते अंज। उन्होंने समझाया जाता भी इस तरह क्रॉस बनता है। वो ये सानू याद पे करते अंतरीव मतलब ये होंदा पे इस तरह बनाता क्रॉस। टाई वाला हरभजन सिंह जोगी उन्होंने कभी सुने, वो टाई के बड़े बरखलाफ बोलते सन। मैं ये नहीं कि तुहानू पिछा कोई अज्ञानता वाल दस रहा वां कि इन्हां चिन्हां दे कोई अंतरीव अर्थ ने। हुण जदों असीं हथ जोड़िया, गुरमुखो मुट्ठी बंद विच पता नहीं बंदे दे की है, जदों हथ दोनों जुड़ जान उदों स्पष्ट हो जाता है समर्पित हो गया, दे पल्ले कुछ भी नहीं। जदों गुरु कोल हथ जोड़े जान, इसदा मतलब मैं गुनाहगार हाँ, मैनू बख्श ली। ते परिक्रमा क्यों करने, तुरने क्यों आ? इहदा भी अंतरीव अर्थ है। दुनिया की कोई चीज़ ऐसी नहीं जिहदा संबंध अंदर नाल ना होवे। मैं क्या जी आ गुरमुखी है ना जी, तुसी चाहे अंग्रेजी पढ़ते हो चाहे परशियन पढ़ते हो, कोई भी भाषा का जिहड़ी लिपि है, लिपि तो चिन्ह है। जे ऊड़ा जिथे है दे, जे इत्थे सस्सा लिखिया हुंदा ते कहंदे ऊड़ा बोलना है, आपां सस्सा थोड़ा कहना सी। ये चिन्ह जिन्ने ने निर्धारित इंसान ने कीते ने, जो धुनियां अंदरों निकलनियां, जो साउंड आवाज़ सी उहदे चिन्ह बना दिते। पर सस्सा कला कदी बोलदा देखे? सस्सा तां है क्योंकि साडे अंदर नाल संबंधित है। उस धुनी ने, अंदर दी धुनी ने बाहर दे अखरां नूं शक्ल दिती, जां ਉਹ ਅਸੀਂ शब्द बनाए, पर है अंदर। गुरमुखो जदों कविता जन्म लैंदी हो तो अदृष्ट ख्याल ही हुंदा है, ते ख्याल अखरां दा रूप धारण करके कविता बन जाता है। जदों असीं परिक्रमा करने, मैं आप जी नूं कहा सी एक बारी कथा करदे हां कि ये रिपीट मैं तां कर देना हुंदा साल डेढ़ बाद आके भी मेरे भी याद रहन। जिस दिन इस दुनिया ते परिक्रमा खत्म हो जाएगी, उस दिन संसार खत्म हो जाना है। साडे धर्म ने क्या परिक्रमा, गुरु गोबिंद सिंह जी कहते 3 वारी परिक्रमा करे सिख सवेरे। भाई नंद लाल साहब नूं कहते प्रभात समय करके इशनान, 3 प्रदक्षिणा करे सुजान। लावां च 4 ने, ते लावां च भी बच्चों नूं दसना चाहिए भी तुसीं क्यों परिक्रमा कर लगे हो। संसार दा लफ्जी अर्थ दुनिया नहीं, याद रखियो। संसार का अर्थ जगत नहीं, संसार का लफ्जी अर्थ है जिहड़ा घूम रहा है, जिहड़ा परिक्रमा करे, जिन्हों आप जी अंग्रेजी में यूनीवर्स कहते हो। यदा मतलब की है? एक दे दुआले घूम रहा है ना,
ਪਰਕਰਮਾ ਹੈ। ਗੁਰਮੁਖੋ ਜੇ ਪਰਕਰਮਾ ਨਾ ਹੁੰਦੀ ਆ ਸੂਰਜ ਨਾ ਨਿਕਲਦਾ, ਪਰਕਰਮਾ ਨਾ ਹੁੰਦੀ ਰਾਤ ਨਾ ਪੈਂਦੀ, ਪਰਕਰਮਾ ਨਾ ਹੁੰਦੀ ਤੇ ਰੁੱਤਾਂ ਕਦੀ ਨਾ ਬਦਲਦੀਆਂ। ਇੱਥੋਂ ਤੱਕ ਕਿ ਸਾਡੇ ਸਰੀਰ ਵਿੱਚ ਜੇ ਖੂਨ ਦੀ ਪਰਕਰਮਾ ਰੁਕ ਜਾਏ ਤੇ ਬੰਦਾ ਵੀ ਮਰ ਜਾਂਦਾ। ਚੱਕਰ ਚੱਲਦਾ ਪਿਆ ਨਾ। ਇਹ ਪਰਕਰਮਾ ਜਿਹੜੀ ਹੈ ਇਹਦਾ ਮਤਲਬ ਇਹ ਵੇ ਕਿ ਪ੍ਰਮਾਤਮਾ ਤੂੰ ਮਿਹਰ ਕਰੀ, ਸਾਨੂੰ ਆਪਣੀ ਖਿੱਚ ਵਿੱਚ ਰੱਖੀ। ਮੈਂ ਆਪ ਨੂੰ ਫਿਰ ਬੇਨਤੀ ਕਰਾਂ, ਇੱਥੇ ਕਿਹਾ ਵੀ ਮੈਂ ਉਸ ਗੁਰਸਿੱਖ ਦੇ ਪੈਰੀ ਪੈਣਾ, ਇਹਦਾ ਮਤਲਬ ਇਹ ਹੈ ਮੈਂ ਤਨ ਮਨ ਧਨ ਅਰਪਣਾ ਵਾਂ, ਉਹਦੇ ਪੈਰੀ ਲੱਗਣਾ ਵਾ, ਆਪਣੇ ਆਪ ਨੂੰ ਸਮਰਪਣ ਕਰਨਾ ਵਾ। ਤਿੰਨ ਮਿਲਿਆ ਮਨ ਸੰਤੋਖੀ ਹੈ। ਕਿਉਂ ਜੀ? ਕਹਿੰਦੇ ਉਹਨਾਂ ਨੂੰ ਮਿਲ ਕੇ ਨਾ ਅੰਦਰ ਨੂੰ ਠੰਡ ਪੈ ਗਈ। ਐ ਜੀ ਬਿਲਕੁਲ ਸਬਰ ਸੰਤੋਖ ਜਿਹਾ ਆ ਗਿਆ। ਤ੍ਰਿਸ਼ਨਾ ਭੁੱਖ ਸਭ ਜਾਏ। ਅੰਦਰ ਦੀ ਤ੍ਰਿਸ਼ਨਾ, ਅੰਦਰ ਦੀ ਭੁੱਖ, ਜਿੰਨੀ ਵੀ ਭੁੱਖ ਸੀ ਸਾਰੀ ਚਲੀ ਗਈ। ਨਾਨਕ ਨਾਮ ਰਤੇ ਸੁਖੀ ਹੈ ਸਦਾ। ਉਹ ਸੱਜਣ ਪ੍ਰਕਰਨੋਂ ਚੱਲ ਰਹੇ ਜਿਹੜੇ ਨਾਮ ਚ ਰਤੇ ਨੇ ਉਹ ਸਦੀਵ ਕਾਲ ਵਾਸਤੇ ਸੁਖੀ ਨੇ। ਮਹਾਰਾਜ ਕਹਿੰਦੇ ਸੱਚੇ ਸਿਉ ਲਿਵ ਲਾਏ। ਉਹਨਾਂ ਦੀ ਸੱਚੇ ਪ੍ਰਭੂ ਪਰਮਾਤਮਾ ਨਾਲ ਆਪਣੀ ਲਿਵ ਲੱਗੀ। ਇਹ ਦੋ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ। ਹੁਣ ਅੱਗੇ ਹੈ ਪੌੜੀ। ਪੌੜੀ ਧੰਨ ਗੁਰੂ ਰਾਮਦਾਸ ਜੀ ਦੀ ਹੈ। ਹੁਣ ਸਤਿਗੁਰੂ ਇਸ ਪੌੜੀ 'ਚ ਤਿਸ ਗੁਰ ਕੋ ਹਉ ਵਾਰਿਆ, ਗੁਰੂ ਦੀ ਸਿਫਤ ਕਰਦੇ, ਤਿਸ ਗੁਰ ਕੋ ਹਉ ਵਾਰਿਆ, ਮੈਂ ਉਸ ਗੁਰੂ ਤੋਂ ਵਾਰਿਆ ਦਰ ਤੇ ਕੁਰਬਾਨ ਜਾਨਾ। ਕਿਹਦੇ ਤੋਂ ਜੀ? ਜਿਨ ਹਰ ਕੀ ਹਰ ਕਥਾ ਸੁਣਾਈ। ਜਿਸ ਸਤਿਗੁਰੂ ਨੇ ਮੈਨੂੰ ਖਰੀ ਕੀ ਖਰੀ ਕਥਾ ਸੁਣਾਈ, ਜਿਸ ਨੇ ਮੈਨੂੰ ਪਰਮਾਤਮਾ ਦੀ ਕਥਾ ਸੁਣਾਈ, ਤਿਸ ਗੁਰ ਕੋ ਸਦ ਬਲਿਹਾਰ ਨੇ। ਕਹਿੰਦੇ ਮੈਂ ਉਸ ਗੁਰੂ ਤੋਂ ਕੁਰਬਾਨ ਜਾਵਾਂ ਜਿਨ ਹਰ ਸੇਵਾ ਬਣਤ ਬਣਾਈ। ਕਹਿੰਦੇ ਨੇ ਜਿਨਨੇ ਸੇਵਾ ਦੀ ਬਣਤ ਬਣਾਈ, ਵਿਧ ਬਣਾਈ, ਖਰੀ ਦੀ ਸੇਵਾ ਕਰਨ ਦੀ ਬਖਸ਼ਿਸ਼ ਕਰ ਦਿੱਤੀ। ਚਲੋ ਜਿਸ ਕਿਸ ਦਿਨ ਫਿਰ ਹੁਕਮਨਾਮਾ ਇਸ ਤਰ੍ਹਾਂ ਆ ਗਿਆ ਸੇਵਾ ਸੰਬੰਧੀ, ਮੈਂ ਇੱਕ ਬੇਨਤੀ ਆਪ ਨੂੰ ਕਰਾਂ, ਕਿਉਂਕਿ ਮੈਨੂੰ ਪਤਾ ਅੱਜ ਕੱਲ੍ਹ ਜੇ ਕੋਈ ਭਾਂਡੇ ਮਾਂਜਦਾ, ਮੇਰੇ ਵਰਗਾ ਆਪਣਾ ਵੀ ਭਾਂਡਾ ਨਹੀਂ ਚੁੱਕਦਾ, ਤੇ ਜਿਹੜੇ ਮਾਂਜਦੇ ਨੇ ਉਹਨਾਂ ਦੀ ਵੀ ਛੁੱਟੀ ਕਰ ਦਿੰਦਾ। ਉਹ ਭਾਂਡੇ ਕਾਹਦੇ ਮਾਂਜਦੇ ਪਏ? ਲੋਕੀ ਤੇ ਰੈਸਟੋਰੈਂਟਾਂ 'ਚ ਭਾਂਡੇ ਮਾਂਜਦੇ। ਮੈਂ ਇੱਕ ਪ੍ਰਚਾਰਕ ਨੂੰ ਸੁਣਿਆ, ਤੇ ਉਹ ਨਾਮ ਨਹੀਂ ਲੈਣਾ, ਉਹ ਜੁੱਤੀਆਂ ਕਾਹਦੇ ਝਾੜਦੇ ਪਏ? ਲੋਕੀ ਤੇ ਜੁੱਤੀਆਂ ਵਾਲੀ ਦੁਕਾਨ 'ਚ ਹੀ ਸਾਰਾ ਦਿਨ ਜੁੱਤੀਆਂ ਝਾੜੀ ਜਾਂਦੇ। ਝਾੜੂ ਕਾਹਦਾ ਲਾਉਂਦੇ ਪਏ? ਜਮਾਦਾਰ ਤੇ ਸਵੇਰੇ ਝਾੜੂ ਲਾਈ ਜਾਂਦਾ। ਮੈਂ ਬੇਨਤੀ ਕਰਾਂ, ਸੇਵਾ ਕੇਵਲ ਫਿਜ਼ੀਕਲ ਵਰਕ ਨਹੀਂ, ਸਰੀਰਕ ਕਰਮ ਜ਼ਰੂਰ ਹੈ, ਪਰ ਕਰਮ ਦੇ ਨਾਲ ਨਾਲ ਸੇਵਾ ਆਚਰਣ ਹੈ। ਮੇਰੇ ਮਨ 'ਚ ਆਇਆ ਇੱਕ ਦਿਨ ਵੀ ਭਾਂਡੇ ਤਾਂ ਸਾਡੇ ਪਿੰਡਾਂ ਵਿੱਚ ਜਿਹੜੇ ਪਾਣੀ ਭਰਦੇ ਹੁੰਦੇ ਸਨ, ਝੂਰ ਵੀਰ ਪਾਣੀ ਭਰਦੇ ਸਨ, ਤੇ ਉਹਨਾਂ ਦੀਆਂ ਕਈ ਪੀੜ੍ਹੀਆਂ ਭਰਦੀਆਂ ਸਨ। ਦਾਦਾ ਪਾਣੀ ਭਰਦਾ, ਪੁੱਤਰ ਪੋਤਾ, ਉਹ ਵਿਚਾਰੇ ਸਾਰੀ ਜ਼ਿੰਦਗੀ ਪਾਣੀ ਭਰਦੇ ਸਨ। ਫਿਜ਼ੀਕਲ ਕਰਮ ਤਾਂ ਕਰ ਰਹੇ ਨੇ, ਸਰੀਰਕ ਕਰਮ ਕਰ ਰਹੇ ਨੇ, ਪਰ ਇੱਧਰ ਬਾਬਾ ਅਮਰਦਾਸ 12 ਸਾਲ ਗਾਗਰ ਢੋਂਦਾ ਹੈ। ਇਹ ਇਕੱਲਾ ਸਰੀਰਕ ਕਰਮ ਨਹੀਂ, ਇਹ ਨਿਮਾਣਿਆਂ ਦਾ ਮਾਣ 12 ਵਰ ਲੈ ਕੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣ ਜਾਂਦਾ ਹੈ। ਸੇਵਾ ਕੇਵਲ ਕਰਮ ਨਹੀਂ, ਕਰਮ ਕੇ ਸਾਥ ਆਚਰਨ ਹੈ। ਸੇਵਾ ਵਿੱਚੋਂ ਆਚਰਨ ਨਿਕਲਦਾ ਹੈ, ਪਰ ਸ਼ਰਤ ਇੱਕ ਕਿ ਸੇਵਾ ਕਰਦਿਆਂ ਬੋਲੇ ਨਾ। ਹੁਣ ਕਈ ਵਾਰੀ ਕਈ ਸੱਜਣ ਸੇਵਾ ਕਰਦੇ ਆ ਜੀ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸੇਵਾ ਕਰਦਿਆਂ ਤੁਸੀਂ ਘਰੋਂ ਨੇਮ ਬਣਾ ਕੇ ਆ ਜਾਓ ਵੀ ਇੰਨੀ ਸੇਵਾ ਕਰਦਿਆਂ ਮੈਂ ਬੋਲਣਾ ਨਹੀਂ, ਲੋੜ ਮੁਤਾਬਕ ਬੋਲਣਾ ਹੈ। ਨਹੀਂ ਤੇ ਜਿੰਨਾ ਸਮਾਂ ਮੈਂ ਸੇਵਾ ਕਰਨੀ, ਜਾਂ ਮੈਂ ਮੂਲ ਮੰਤਰ, ਜਾਂ ਮੈਂ ਗੁਰਮੰਤਰ, ਜਾਂ ਮੈਂ ਸਿਮਰਨ, ਜਾਂ ਬਾਣੀ ਪੜ੍ਹਨੀ। ਸੇਵਾ ਕਰ ਰਹੇ ਆ, ਬੜੀ ਚੰਗੀ ਗੱਲ ਹੈ, ਪਰ ਇਹ ਨਹੀਂ ਕਹਿਣਾ ਚਾਹੀਦਾ ਤੁਸੀਂ ਨਿੰਦਿਆ ਕਰ ਦਿਓ, ਕੋਈ ਵਾਕਈ ਕੋਈ ਫਾਇਦਾ ਨਹੀਂ। ਪਰ ਨਿੰਦਾ ਮੁਕਤੇ ਨਹੀਂ ਛੂਟੀ, ਨੇਫਲ ਭਈ ਸਭ ਸੇਵਾ। ਪਰ ਬਜਾਏ ਕਿ ਉਹਨਾਂ ਨੂੰ ਭਜਾਉਣ ਦੇ ਵੀ ਭੱਜੋ ਤੁਸੀਂ ਨਿੰਦਿਆ ਕਰਦੇ, ਇਉਂ ਕਿਉਂ ਨਾ ਕਹੀਏ ਕਿ ਗੁਰਮੁਖੋ ਬਸ ਘਰੋਂ ਬਣਾ ਲਓ ਵੀ ਜੇ ਅੱਧਾ ਘੰਟਾ ਭਾਂਡਿਆਂ 'ਚ ਖਲੋਤੇ ਆ, ਲੰਗਰ 'ਚ ਬੈਠੇ ਆ, ਅਸੀਂ ਸਤਨਾਮ ਵੈਗ। ਮੈਨੂੰ ਬਾਬਾ ਹਰਬੰਸ ਸਿੰਘ ਜੀ ਆਪਣੇ ਕਾਰ ਸੇਵਾ ਵਾਲੇ ਨਾ, ਇਹ ਅਕਾਲ ਚਲਾਣਾ ਕਰ ਗਏ ਨੇ, ਆਪ ਜੀ ਨੂੰ ਪਤਾ ਹੈ ਪਿਛਲੇ ਸਾਲਾਂ 'ਚ। ਉਹਨਾਂ ਨੇ ਇੱਕ ਸ਼ਬਦ ਮੈਨੂੰ ਕਿਹਾ ਸੀ ਇੱਥੇ ਬੰਗਲਾ ਸਾਹਿਬ ਕਥਾ ਤੋਂ ਬਾਅਦ। ਕਹਿੰਦੇ ਨੇ ਵੀ ਸਾਨੂੰ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲੇ ਮਿਲੇ, ਤੇ ਉਹਨਾਂ ਨੇ ਗਿਆ, ਕਹਿੰਦੇ ਨੇ ਬਾਬਾ ਜੀ ਅਸੀਂ ਤੇ ਇਕੱਲੀ ਕਥਾ ਕਰਨੀ। ਉਹ ਨਿਮਰਤਾ ਸੀ ਉਹਨਾਂ ਦੀ। ਕਹਿਣ ਲੱਗੇ ਤੁਸੀਂ ਤਾਂ ਬਸ ਪ੍ਰੈਕਟੀਕਲ ਨਾਲ ਹੀ ਕਰਾ ਦਿੰਦੇ ਹੋ, ਇੱਕ ਪਾਸੇ ਸਿਰ ਤੇ ਟੋਕਰੀ ਟਿਕਾ ਦਿੰਦੇ, ਦੂਜੇ ਪਾਸੇ ਸਤਨਾਮ ਵਾਹਿਗੁਰੂ ਦਾ ਜਾਪ ਕਰਾ ਦਿੰਦੇ। ਸੇਵਾ ਨਾਲ ਜਦੋਂ ਸਿਮਰਨ ਹੋਵੇਗਾ,
ਤੇ ਉਦੋਂ ਸੱਚੀ ਮੁੱਚੀ ਸੇਵਾ ਦਾ ਰਸ ਬਣ ਲੱਗ ਪਏਗਾ। ਫਿਰ ਯਾਦ ਰੱਖੋ, ਬਾਹਰਮੁਖੀ ਕਰਮ ਕਰਦਿਆਂ ਸਰੀਰ ਥੱਕੇਗਾ, ਸੇਵਾ ਕਰਦਿਆਂ ਸਿਮਰਨ ਨਾਲ ਚੱਲੇਗਾ ਤੇ ਸਰੀਰ ਥਕਾਵਟ ਨਹੀਂ ਮਹਿਸੂਸ ਕਰੇਗਾ, ਕਿਉਂਕਿ ਸਿਮਰਨ। ਪਰ ਇਹ ਸਭ ਕੁਝ ਪ੍ਰੈਕਟੀਕਲ ਹੈ, ਗੱਲਾਂ ਨਾਲ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਤਿਸ ਗੁਰ ਕੋ ਖੋਂ ਸਤ ਬਲਿਹਾਰ ਨੇ ਜਿਨ ਖਰ ਸੇਵਾ ਬਣਤ ਬਣਾਈ, ਜਿਹਨੇ ਖਰੀ ਦੀ ਸੇਵਾ ਦੀ ਵਿਧ ਬਣਾ ਦਿੱਤੀ। ਫਿਰ ਅੱਗੇ ਮਹਾਰਾਜ ਕਹਿੰਦੇ ਆ, ਇਹ ਮੇਰਾ ਸੱਜਣ ਉਹ ਵੀ ਜਿਹਦਾ ਛੱਡਦਾ ਨਹੀਂ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਉਹ ਮੇਰਾ ਪਿਆਰਾ ਸਤਿਗੁਰੂ ਮੇਰੇ ਅੰਗ ਸੰਗ ਹੈ, ਜਿੱਥੈ ਕਿੱਥੈ ਮੈਨੋਂ। ਇੱਥੇ ਮੈਂ ਬੇਨਤੀ ਕਰਾਂਗਾ, ਇੱਕ ਤਾਂ ਇਹਦਾ ਪਾਠ ਕਦੀ ਨੰਨੇ ਥੱਲੇ ਦੁਲੈਂਕੜ ਲਾ ਕੇ ਨਹੀਂ ਕਰਨਾ, ਮੈਨੂੰ ਇੱਥੇ ਹੋੜਾ ਲੱਗਾ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੈ ਕਿੱਥੈ ਮੈਨੋਂ ਲੈ ਛਡਾਈ। ਜਿੱਥੇ ਕਿੱਥੇ ਉਹ ਮੇਰੀ ਬਖਸ਼ਿਸ਼ ਕਰਕੇ, ਮੇਰੇ ਤੇ ਬਖਸ਼ਿਸ਼ ਕਰਕੇ ਮੈਨੂੰ ਛਡਾ ਲੈਂਦਾ। ਗੁਰੂ ਜੀ ਕਹਿੰਦੇ, ਤਿਸ ਗੁਰ ਕੋ ਸ਼ਾਬਾਸ਼ ਕਹਿ ਜਿਨ ਹਰ ਸੋਝੀ ਪਾਈ। ਮੈਂ ਉਸ ਗੁਰੂ ਨੂੰ ਸ਼ਾਬਾਸ਼ ਕਹਿਣਾ, ਧੰਨ ਕਹਿਣਾ, ਜਿਨਨੇ ਮੈਨੂੰ ਸ਼ਬਦ ਰਾਹੀਂ ਰੱਬ ਦੀ ਸੋਝੀ ਦੇ ਦਿੱਤੀ, ਪਰਮਾਤਮਾ ਦੀ। ਨਾਨਕ ਗੁਰ ਵਿਟੋਂ ਵਾਰਿਆ। ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਨਾ, ਵਾਰਿਆ ਹਾਂ ਜਿਨ ਹਰ ਨਾਮ ਦਿਆ। ਜਿਨ੍ਹਾਂ ਨੇ ਤਰਸ ਕਰਕੇ ਮੈਨੂੰ ਨਾਮ ਬਖਸ਼ ਦਿੱਤਾ, ਮੇਰੇ ਮਨ ਕੀ ਆਸ ਪੁਜਾਈ। ਮੇਰੀ ਜ਼ਿੰਦਗੀ ਦਾ ਮਕਸਦ ਸੀ ਨਾਮ ਮਿਲ ਜਾਏ, ਗੁਰੂ ਨੇ ਨਾਮ ਦਿੱਤਾ, ਮੇਰੀ ਆਸ ਪੂਰੀ ਕਰ ਦਿੱਤੀ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।